प्यारे बच्चों, मैं सुखविंदर लाल, साइंस मास्टर, सरकारी सीनियर सैकेंडरी स्कूल लंगड़ोआ, शहीद भगत सिंह नगर, आप सब का अज के इस लैक्चर में स्वागत करता हाँ। प्यारे बच्चों, अज आप पढ़न जा रहे हैं पाठ 12 पौद्यां विच प्रजनन मीनस रिप्रोडक्शन इन प्लांट्स। प्रजनन माता पिता तो संतान का जन्म प्रजनन अखवाउंदा है। ਤੁਸੀਂ ਪ੍ਰਜਨਨ ਤੋਂ ਕੀ ਸਮਝਦੇ ਹੋ? ਜੀਵਾਂ ਦਾ ਆਪਣੇ ਵਰਗੀ ਸੰਤਾਨ ਨੂੰ ਪੈਦਾ ਕਰਨਾ ਪ੍ਰਜਨਨ ਅਖਵਾਉਂਦਾ ਹੈ। ਬੱਚਿਓ, ਕੀ ਕਦੀ ਤੁਸੀਂ ਅਨੁਮਾਨ ਲਗਾ ਸਕਦੇ ਹੋ ਕਿ ਜੇਕਰ ਜੀਵਾਂ ਦੇ ਵਿੱਚ ਪ੍ਰਜਨਨ ਨਾ ਹੁੰਦਾ ਤਾਂ ਫਿਰ ਕੀ ਹੁੰਦਾ? ਮੀਨਸ ਪ੍ਰਜਨਨ ਦਾ ਕੀ ਮਹੱਤਵ ਹੈ? ਬੱਚਿਓ, ਆਪਣੇ ਵੰਸ਼ ਜਾਂ ਜਾਤ ਨੂੰ ਚਲਾਉਣ ਲਈ ਪੌਦਿਆਂ ਅਤੇ ਜੰਤੂਆਂ ਵਿੱਚ ਪ੍ਰਜਨਨ ਜ਼ਰੂਰੀ ਹੈ। ਬੱਚਿਓ, ਆਪਾਂ ਪੜ੍ਹਨ ਜਾ ਰਹੇ ਹਾਂ ਪੌਦੇ ਪ੍ਰਜਨਨ ਕਿਵੇਂ ਕਰਦੇ ਹਨ। ਪੌਦਿਆਂ ਵਿੱਚ ਪ੍ਰਜਨਨ ਵੱਖ-ਵੱਖ ਢੰਗਾਂ ਦੁਆਰਾ ਹੁੰਦਾ ਹੈ, ਜਿਨ੍ਹਾਂ ਦੇ ਬਾਰੇ ਵਿੱਚ ਇਸ ਅਧਿਆਇ ਵਿੱਚ ਪੜ੍ਹਾਂਗੇ। ਆਪਾਂ ਪੜ੍ਹਨ ਜਾ ਰਹੇ ਹਾਂ ਪ੍ਰਜਨਨ ਦੀਆਂ ਵਿਧੀਆਂ। ਪਿਆਰੇ ਬੱਚਿਓ, ਤੁਸੀਂ ਪੌਦਿਆਂ ਦੇ ਵੱਖ-ਵੱਖ ਭਾਗਾਂ ਬਾਰੇ ਤਾਂ ਜਾਣਦੇ ਹੋ। ਵਧੇਰੇ ਪੌਦਿਆਂ ਵਿੱਚ ਜੜ, ਤਣਾ ਅਤੇ ਪੱਤੇ ਹੁੰਦੇ ਹਨ। ਇਹ ਪੌਦਿਆਂ ਦੇ ਅੰਗ ਅਖਵਾਉਂਦੇ ਹਨ। ਵਾਧੇ ਦੇ ਨਿਸ਼ਚਿਤ ਸਮੇਂ ਬਾਅਦ ਵਧੇਰੇ ਪੌਦਿਆਂ ਵਿੱਚ ਫੁੱਲ ਖਿੜਦੇ ਹਨ, ਜੋ ਬਾਅਦ ਵਿੱਚ ਫਲਾਂ ਵਿੱਚ ਬਦਲ ਜਾਂਦੇ ਹਨ। ਫਲਾਂ ਵਿੱਚ ਬੀਜ ਹੁੰਦੇ ਹਨ, ਜੋ ਪੁੰਗਰ ਕੇ ਨਵਾਂ ਪੌਦਾ ਬਣਾਉਂਦੇ ਹਨ। ਬੱਚਿਓ, ਫੁੱਲ ਪੌਦੇ ਵਿੱਚ ਜਨਨ ਦਾ ਕਾਰਜ ਕਰਦੇ ਹਨ। ਅਸਲ ਵਿੱਚ ਫੁੱਲ ਪੌਦੇ ਦੇ ਜਨਨ ਅੰਗ ਹੁੰਦੇ ਹਨ। ਕਿਸੇ ਫੁੱਲ ਵਿੱਚ ਨਰ ਜਨਨ ਅੰਗ ਜਾਂ ਮਾਦਾ ਜਨਨ ਅੰਗ ਜਾਂ ਫਿਰ ਦੋਵੇਂ ਹੀ ਜਨਨ ਅੰਗ ਹੋ ਸਕਦੇ ਹਨ। ਪਿਆਰੇ ਬੱਚਿਓ, ਪੌਦਿਆਂ ਵਿੱਚ ਪ੍ਰਜਨਨ ਦੋ ਪ੍ਰਕਾਰ ਦਾ ਹੁੰਦਾ ਹੈ। ਪਹਿਲਾ ਅਲਿੰਗੀ ਪ੍ਰਜਨਨ ਮੀਨਸ ਏਸੈਕਸ਼ੂਅਲ ਰਿਪਰੋਡਕਸ਼ਨ ਅਤੇ ਦੂਜਾ ਲਿੰਗੀ ਪ੍ਰਜਨਨ ਮੀਨਸ ਸੈਕਸ਼ੂਅਲ ਰਿਪਰੋਡਕਸ਼ਨ। ਪਹਿਲਾ ਅਲਿੰਗੀ ਪ੍ਰਜਨਨ ਮੀਨਸ asexual reproduction। ਅਲਿੰਗੀ ਪ੍ਰਜਨਨ ਵਿੱਚ ਪੌਦਾ ਬਿਨਾਂ ਬੀਜਾਂ ਦੇ ਨਵੇਂ ਪੌਦੇ ਨੂੰ ਪੈਦਾ ਕਰਦਾ ਹੈ। ਪਿਆਰੇ ਬੱਚਿਓ, ਕੀ ਤੁਸੀਂ ਕਦੀ ਗੰਨੇ, ਆਲੂ, ਗੁਲਾਬ ਦੇ ਬੀਜ ਵੇਖੇ ਹਨ? ਸੰਭਵ ਹੈ ਤੁਸੀਂ ਨਹੀਂ ਦੇਖੇ ਹੋਣਗੇ। ਫਿਰ ਇਹ ਕਿਵੇਂ ਪ੍ਰਜਨਨ ਕਰਦੇ ਹੋਣਗੇ? ਆਓ ਅਸੀਂ ਇਸ ਬਾਰੇ ਜਾਣਦੇ ਹਾਂ। ਕਾਇਆ ਪ੍ਰਜਨਨ ਮੀਨਸ ਵੈਜੀਟੇਟਿਵ ਪ੍ਰੋਪੇਗੇਸ਼ਨ ਬਾਰੇ ਆਪਾਂ ਡਿਟੇਲ ਵਿੱਚ ਪੜ੍ਹਦੇ ਹਾਂ। ਇਹ ਇੱਕ ਕਿਸਮ ਦਾ ਅਲਿੰਗੀ ਪ੍ਰਜਨਨ ਹੈ, ਜਿਸ ਵਿੱਚ ਪੌਦੇ ਦੀ ਜੜ, ਤਣੇ, ਪੱਤੇ ਜਾਂ ਕਲੀ ਵਰਗੇ ਕਿਸੇ ਅੰਗ ਦੁਆਰਾ ਨਵਾਂ ਪੌਦਾ ਪ੍ਰਾਪਤ ਕੀਤਾ ਜਾਂਦਾ ਹੈ। ਕਿਉਂਕਿ ਪ੍ਰਜਨਨ ਪੌਦੇ ਦੇ ਅੰਗਾਂ ਤੋਂ ਹੁੰਦਾ ਹੈ, ਇਸ ਲਈ ਇਸ ਨੂੰ ਕਾਇਆ ਪ੍ਰਜਨਨ ਕਹਿੰਦੇ ਹਨ। ਕਿਰਿਆ 12.1 ਗੁਲਾਬ ਜਾਂ ਚੰਪਾ ਦੇ ਪੌਦੇ ਦੀ ਇੱਕ ਟਾਹਣੀ ਨੂੰ ਉਸ ਦੀ ਗੰਢ ਤੋਂ ਕੱਟੋ। ਗੰਢ ਤਣੇ ਜਾਂ ਟਾਹਣੀ ਦਾ ਉਹ ਭਾਗ ਹੈ ਜਿੱਥੇ ਪੱਤਾ ਨਿਕਲਦਾ ਹੈ। ਟਾਹਣੀ ਦੇ ਇਸ ਭਾਗ ਨੂੰ ਕਤਰਨ ਜਾਂ ਕਲਮ ਕਹਿੰਦੇ ਹਨ। ਕਲਮ ਨੂੰ ਮਿੱਟੀ ਵਿੱਚ ਦੱਬ ਦਿਓ। ਕਲਮ ਨੂੰ ਹਰ ਰੋਜ਼
ਪਾਣੀ ਦਿਓ। ਕੁਝ ਦਿਨਾਂ ਬਾਅਦ ਇਸ ਦੀ ਜੜ, ਮੂਲ ਅਤੇ ਪੱਤੇ ਨਿਕਲਣੇ ਸ਼ੁਰੂ ਹੋ ਜਾਣਗੇ। ਪਿਆਰੇ ਬੱਚਿਓ, ਤੁਸੀਂ ਕਲੀਆਂ ਤੋਂ ਫੁੱਲਾਂ ਨੂੰ ਖਿੜਦੇ ਹੋਏ ਵੇਖਿਆ ਹੋਵੇਗਾ। ਕਲੀਆਂ ਤੋਂ ਇਲਾਵਾ ਪੱਤਿਆਂ ਦੀ ਬਗਲ ਵਿੱਚ ਪੱਤੇ ਦੇ ਗੰਢ ਨਾਲ ਜੋੜਨ ਵਾਲਾ ਬਿੰਦੂ ਕਲੀਆਂ ਹੁੰਦੀਆਂ ਹਨ। ਉਹ ਕਲੀਆਂ ਅੰਕਰਾਂ ਦੇ ਰੂਪ ਵਿੱਚ ਵਿਕਸਿਤ ਹੁੰਦੀਆਂ ਹਨ ਅਤੇ ਅੱਖ ਅਖਵਾਉਂਦੀਆਂ ਹਨ। ਕਲੀ ਵਿੱਚ ਇੱਕ ਛੋਟਾ ਤਣਾ ਹੁੰਦਾ ਹੈ ਜਿਸ ਦੇ ਚੌਹਾਂ ਪਾਸਿਆਂ 'ਤੇ ਕੋਮਲ ਪੱਤੇ ਇੱਕ ਦੂਜੇ ਉੱਤੇ ਮੁੜੇ ਰਹਿੰਦੇ ਹਨ। ਅੱਖਾਂ ਵੀ ਨਵੇਂ ਪੌਦਿਆਂ ਨੂੰ ਜਨਮ ਦੇ ਸਕਦੀਆਂ ਹਨ। ਕਿਰਿਆ 12.2 ਇੱਕ ਤਾਜ਼ਾ ਆਲੂ ਲਓ। ਪਾਰਦਰਸ਼ੀ ਲੈਂਜ ਦੀ ਮਦਦ ਦੇ ਨਾਲ ਇਸ ਉੱਤੇ ਪਏ ਧੱਬਿਆਂ ਨੂੰ ਦੇਖੋ। ਤੁਹਾਨੂੰ ਉਹਨਾਂ ਵਿੱਚ ਕਲੀ ਜਾਂ ਕਲੀਆਂ ਵਿਖਾਈ ਦੇ ਸਕਦੀਆਂ ਹਨ। ਧੱਬਿਆਂ ਨੂੰ ਅੱਖਾਂ ਵੀ ਆਖਦੇ ਹਨ। ਆਲੂ ਦੇ ਕੁਝ ਟੁਕੜੇ ਕੱਟੋ ਜਿਨ੍ਹਾਂ ਵਿੱਚ ਹਰ ਇੱਕ ਵਿੱਚ ਇੱਕ ਅੱਖ ਜ਼ਰੂਰ ਹੋਵੇ ਅਤੇ ਉਹਨਾਂ ਨੂੰ ਮਿੱਟੀ ਵਿੱਚ ਦੱਬ ਦਿਓ। ਉਸ ਥਾਂ 'ਤੇ ਕੁਝ ਦਿਨ ਤੱਕ ਪਾਣੀ ਪਾਉਂਦੇ ਰਹੋ ਜਿੱਥੇ ਤੁਸੀਂ ਆਲੂ ਦੇ ਟੁਕੜਿਆਂ ਨੂੰ ਮਿੱਟੀ ਵਿੱਚ ਦੱਬਿਆ ਸੀ। ਕੁਝ ਦਿਨ ਬਾਅਦ ਆਲੂ ਦੇ ਟੁਕੜਿਆਂ ਨੂੰ ਪੁੱਟ ਕੇ ਕੱਢ ਲਓ। ਤੁਸੀਂ ਵੇਖੋਗੇ ਕਿ ਆਲੂ ਦੇ ਉੱਪਰ ਅੱਖਾਂ ਵਾਲੀ ਜਗ੍ਹਾ 'ਤੇ ਜੜ੍ਹਾਂ ਉਤਪੰਨ ਹੋ ਗਈਆਂ ਹਨ ਅਤੇ ਇਸ ਉੱਤੇ ਪੱਤੀਆਂ ਵਰਗੀਆਂ ਸਟਰਕਚਰ ਵੀ ਬਣਨੀਆਂ ਸ਼ੁਰੂ ਹੋ ਗਈਆਂ ਹਨ। ਇਸ ਤਰ੍ਹਾਂ ਆਲੂ ਵਿੱਚ ਕਾਇਕ ਪ੍ਰਜਨਨ ਹੁੰਦਾ ਹੈ। ਆਓ ਆਪਾਂ ਪੜ੍ਹਦੇ ਹਾਂ ਪੱਤਿਆਂ ਰਾਹੀਂ ਪ੍ਰਜਨਨ। ਪੱਥਰਚੱਟ ਮੀਨਸ ਬ੍ਰਾਇਓਫਾਈਲਮ ਵਿੱਚ ਪੱਤੇ ਦੇ ਕੰਢੇ 'ਤੇ ਕਲੀਆਂ ਹੁੰਦੀਆਂ ਹਨ। ਜੇ ਇਸ ਪੌਦੇ ਦਾ ਪੱਤਾ ਸਿੱਲੀ ਮਿੱਟੀ ਵਿੱਚ ਡਿੱਗ ਜਾਏ ਤਾਂ ਹਰੇਕ ਕਲੀ ਇੱਕ ਨਵੇਂ ਪੌਦੇ ਨੂੰ ਜਨਮ ਦੇ ਸਕਦੀ ਹੈ। ਜੜ੍ਹਾਂ ਰਾਹੀਂ ਪ੍ਰਜਨਨ। ਬੱਚਿਓ, ਕੁਝ ਪੌਦਿਆਂ ਦੀਆਂ ਜੜ੍ਹਾਂ ਉਦਾਹਰਨ ਦੇ ਤੌਰ 'ਤੇ ਸ਼ੱਕਰਕੰਦੀ ਅਤੇ ਡਹਲੀਆ ਵਰਗੇ ਫੁੱਲਾਂ ਦੀਆਂ ਜੜ੍ਹਾਂ ਪ੍ਰਜਨਨ ਵਿੱਚ ਸਹਾਇਕ ਹੁੰਦੀਆਂ ਹਨ। ਕਾਇਕ ਪ੍ਰਜਨਨ ਦੇ ਲਾਭ। ਕਾਇਕ ਪ੍ਰਜਨਨ ਰਾਹੀਂ ਪੌਦੇ ਘੱਟ ਸਮੇਂ ਵਿੱਚ ਉਗਾਏ ਜਾ ਸਕਦੇ ਹਨ। ਨੰਬਰ 2, ਇਹਨਾਂ ਪੌਦਿਆਂ ਵਿੱਚ ਫੁੱਲ ਅਤੇ ਫਲ ਘੱਟ ਸਮੇਂ ਵਿੱਚ ਹੀ ਆ ਜਾਂਦੇ ਹਨ। ਨੰਬਰ 3, ਨਵੇਂ ਪੌਦੇ ਜਨਕ ਪੌਦੇ ਦੀ ਇਨ ਬਿਨ ਕਾਪੀ ਹੁੰਦੇ ਹਨ। ਬੱਚਿਓ, ਤੁਸੀਂ ਖਮੀਰ ਬਾਰੇ ਤਾਂ ਪਹਿਲਾਂ ਪੜ੍ਹ ਚੁੱਕੇ ਹੋ। ਜੇਕਰ ਅਸੀਂ ਖਮੀਰ ਨੂੰ ਇੱਕ ਖੰਡ ਦੇ ਘੋਲ ਵਿੱਚ ਰੱਖੀਏ ਅਤੇ 1 ਘੰਟੇ ਬਾਅਦ ਉਸ ਘੋਲ ਦਾ ਅਧਿਐਨ ਸੂਖਮਦਰਸ਼ੀ ਰਾਹੀਂ ਕਰੀਏ ਤਾਂ ਬੱਚਿਓ ਤੁਸੀਂ ਕੁਝ ਇਸ ਤਰ੍ਹਾਂ ਦਾ ਵੇਖੋਗੇ। ਪਿਆਰੇ ਬੱਚਿਓ, ਖਮੀਰ ਦੀ ਕੋਸ਼ਿਕਾ ਤੋਂ ਬਾਹਰ ਨਿਕਲਣ ਵਾਲਾ ਛੋਟੇ ਬਲਬ ਵਰਗਾ ਬਾਦਰਾ ਕਲੀ ਅਖਵਾਉਂਦਾ ਹੈ। ਕਲੀ ਹੌਲੀ ਹੌਲੀ ਵੱਧਦੀ ਹੈ ਤੇ ਫਿਰ ਮੁੱਖ ਕੋਸ਼ਿਕਾ ਨਾਲੋਂ ਵੱਖ ਹੋ ਕੇ ਨਵਾਂ ਖਮੀਰ ਸੈੱਲ ਬਣਾਉਂਦੀ ਹੈ। ਨਵੇਂ ਖਮੀਰ ਸੈੱਲ ਵਿਕਸਿਤ ਹੋ ਕੇ ਪੱਕ ਜਾਂਦੇ ਹਨ ਅਤੇ ਫਿਰ ਨਵੇਂ ਖਮੀਰ ਸੈੱਲ ਬਣਾਉਂਦੇ ਹਨ। ਕਦੇ ਕਦੇ ਨਵੀਂ ਕਲੀ ਤੋਂ ਨਵੀਆਂ ਕਲੀਆਂ ਵਿਕਸਿਤ ਹੋ ਜਾਂਦੀਆਂ ਹਨ ਜਿਸ ਨਾਲ ਇੱਕ ਕਲੀ ਲੜੀ ਬਣ ਜਾਂਦੀ ਹੈ। ਜੇ ਇਹ ਪ੍ਰਕਿਰਿਆ ਚੱਲਦੀ ਰਹੇ ਤਾਂ ਕੁਝ ਹੀ ਸਮੇਂ ਵਿੱਚ ਬਹੁਤ ਜ਼ਿਆਦਾ ਸੰਖਿਆ ਵਿੱਚ ਖਮੀਰ ਸੈੱਲ ਬਣ ਜਾਂਦੇ ਹਨ। ਖੰਡਨ ਮੀਨਸ ਫਰੈਗਮੈਂਟੇਸ਼ਨ ਰਾਹੀਂ ਪ੍ਰਜਨਨ। ਪਿਆਰੇ ਬੱਚਿਓ, ਤੁਸੀਂ ਤਾਲਾਬਾਂ ਜਾਂ ਖੜ੍ਹੇ ਪਾਣੀ ਦੇ ਹੋਰ ਜਲ ਭੰਡਾਰਾਂ ਵਿੱਚ ਹਰੇ ਰੰਗ ਦੇ ਪਤਲੇ ਗੁੱਛੇ ਤਿਲਕਣੇ ਤੈਰਦੇ ਹੋਏ ਦੇਖੇ ਹੋਣਗੇ। ਇਹ ਕਾਈ ਮੀਨਸ ਐਲਗੀ ਹੈ। ਜਦੋਂ ਪਾਣੀ ਵਿੱਚ ਪੋਸ਼ਕ ਤੱਤ ਉਪਲਬਧ ਹੁੰਦੇ ਹਨ ਤਾਂ ਕਾਈ ਵਾਧਾ ਕਰਦੀ ਹੈ ਅਤੇ ਤੇਜ਼ੀ ਨਾਲ ਖੰਡਨ ਦੁਆਰਾ
ਗੁਣਨ ਕਰਦੀ ਹੈ। ਇਕਾਈ ਦੋ ਜਾਂ ਵੱਧ ਖੰਡਾਂ ਵਿੱਚ ਵਿਖੰਡਿਤ ਹੋ ਜਾਂਦੀ ਹੈ। ਇਹ ਖੰਡ ਜਾਂ ਟੁਕੜੇ ਨਵੇਂ ਪੌਦੇ ਵਿੱਚ ਪਰਿਵਰਤਿਤ ਹੋ ਜਾਂਦੇ ਹਨ। ਇਹ ਪ੍ਰਕਿਰਿਆ ਲਗਾਤਾਰ ਚੱਲਦੀ ਰਹਿੰਦੀ ਹੈ ਅਤੇ ਕੁਝ ਹੀ ਸਮੇਂ ਵਿੱਚ ਇਕਾਈ ਇੱਕ ਵੱਡੇ ਖੇਤਰ ਵਿੱਚ ਫੈਲ ਜਾਂਦੀ ਹੈ। ਬੀਜਾਣੂ ਨਿਰਮਾਣ ਮੀਨਸ ਸਪੋਰ ਫੋਰਮੇਸ਼ਨ ਰਾਹੀਂ ਪ੍ਰਜਨਨ। ਪਿਆਰੇ ਬੱਚਿਓ, ਅਸੀਂ ਅਧਿਆਇ 1 ਵਿੱਚ ਪੜ੍ਹਿਆ ਹੈ ਕਿ ਡਬਲ ਰੋਟੀ ਤੇ ਹਵਾ ਵਿੱਚ ਮੌਜੂਦ ਬੀਜਾਣੂਆਂ ਤੋਂ ਉੱਲੀ ਉੱਗ ਆਉਂਦੀ ਹੈ। ਜਦੋਂ ਅਸੀਂ ਇਸ ਡਬਲ ਰੋਟੀ ਉੱਤੇ ਉੱਗੀ ਉੱਲੀ ਨੂੰ ਪਾਰਦਰਸ਼ੀ ਲੈਂਜ਼ ਰਾਹੀਂ ਦੇਖਦੇ ਹਾਂ ਤਾਂ ਇਸ ਉੱਤੇ ਰੂੰ ਦੇ ਜਾਲ ਵਰਗੀਆਂ ਰਚਨਾਵਾਂ ਦਿਖਾਈ ਦਿੰਦੀਆਂ ਹਨ। ਇਹਨਾਂ ਰਚਨਾਵਾਂ ਵਿੱਚ ਬੀਜਾਣੂ ਹੁੰਦੇ ਹਨ। ਜਦੋਂ ਬੀਜਾਣੂ ਸੁਤੰਤਰ ਹੁੰਦੇ ਹਨ ਤਾਂ ਉਹ ਹਵਾ ਵਿੱਚ ਤੈਰਦੇ ਹਨ ਕਿਉਂਕਿ ਇਹ ਬਹੁਤ ਹਲਕੇ ਹੁੰਦੇ ਹਨ। ਇਸ ਲਈ ਇਹ ਲੰਬੀ ਦੂਰੀ ਤੱਕ ਜਾ ਸਕਦੇ ਹਨ। ਬੀਜਾਣੂਆਂ ਰਾਹੀਂ ਅਲਿੰਗੀ ਪ੍ਰਜਨਨ ਹੁੰਦਾ ਹੈ। ਹਰੇਕ ਬੀਜਾਣੂ ਉੱਚੇ ਤਾਪ ਅਤੇ ਘੱਟ ਨਮੀ ਵਰਗੀਆਂ ਢੁਕਵੀਆਂ ਹਾਲਤਾਂ ਨੂੰ ਝੱਲਣ ਲਈ ਇੱਕ ਸਖਤ ਸੁਰੱਖਿਆਤਮਕ ਪਰਤ ਨਾਲ ਢੱਕਿਆ ਰਹਿੰਦਾ ਹੈ। ਇਸ ਲਈ ਇਹ ਲੰਬੇ ਸਮੇਂ ਤੱਕ ਜਿਉਂਦਾ ਰਹਿ ਸਕਦਾ ਹੈ। ਢੁਕਵੀਂ ਹਾਲਤਾਂ ਵਿੱਚ ਬੀਜਾਣੂ ਪੁੰਗਰ ਜਾਂਦੇ ਹਨ ਅਤੇ ਨਵੇਂ ਜੀਵ ਵਿੱਚ ਵਿਕਸਿਤ ਹੋ ਜਾਂਦੇ ਹਨ। ਬੱਚਿਓ, ਛਾਂ ਅਤੇ ਸਿੱਲੀ ਜਗ੍ਹਾ ਵਿੱਚ ਹੋਣ ਵਾਲੀਆਂ ਮੌਸਸ ਅਤੇ ਫਰਨ ਵਰਗੇ ਪੌਦਿਆਂ ਵਿੱਚ ਵੀ ਜਨਨ ਬੀਜਾਣੂਆਂ ਦੁਆਰਾ ਹੀ ਹੁੰਦਾ ਹੈ। ਪਿਆਰੇ ਬੱਚਿਓ, ਪੌਦਿਆਂ ਦੇ ਵਿੱਚ ਪ੍ਰਜਨਨ ਦੀ ਦੂਸਰੀ ਵਿਧੀ ਲਿੰਗੀ ਪ੍ਰਜਨਨ ਮੀਨਸ ਸੈਕਸ਼ੂਅਲ ਰਿਪਰੋਡਕਸ਼ਨ ਹੈ। ਕੀ ਪੌਦਿਆਂ ਵਿੱਚ ਵੀ ਲਿੰਗੀ ਪ੍ਰਜਨਨ ਹੁੰਦਾ ਹੈ? ਕੀ ਪੌਦਿਆਂ ਦੇ ਵਿੱਚ ਵੀ ਨਰ ਤੇ ਮਾਦਾ ਹੁੰਦੇ ਹਨ? ਆਓ ਬੱਚਿਓ, ਇਸ ਕਿਰਿਆ ਦੇ ਦੁਆਰਾ ਸਮਝਦੇ ਹਾਂ। ਬੱਚਿਓ, ਇਸ ਨੂੰ ਚਾਈਨਾ ਰੋਜ਼ ਆਖਦੇ ਹਨ। ਆਓ ਆਪਾਂ ਇਸ ਫੁੱਲ ਦਾ ਅਧਿਐਨ ਕਰੀਏ। ਬੱਚਿਓ, ਤੁਸੀਂ ਇਸ ਫੁੱਲ ਦੇ ਵਿੱਚ ਦੇਖ ਸਕਦੇ ਹੋ ਕਿ ਤੁਹਾਨੂੰ 5 ਗੂੜ੍ਹੇ ਰੰਗ ਦੀਆਂ ਰਚਨਾਵਾਂ ਦਿਖਾਈ ਦਿੰਦੀਆਂ ਹਨ। ਪਿਆਰੇ ਬੱਚਿਓ, ਇਹ ਇਸਤਰੀ ਕੇਸਰ ਹੈ। ਤੁਸੀਂ ਇਸ ਦੇ ਦੁਆਲੇ ਪੀਲੇ ਰੰਗ ਦੇ ਅਨੰਤ ਤੰਤੂ ਦੇਖ ਰਹੇ ਹੋ। ਇਹ ਪੌਦੇ ਦਾ ਨਰ ਭਾਗ ਹੈ ਜੋ ਪੀਲੇ ਰੰਗ ਦੀ ਰਚਨਾ ਇਹਨਾਂ ਧਾਗੇਨੁਮਾ ਸੰਰਚਨਾਵਾਂ ਦੇ ਉੱਪਰ ਲੱਗੀ ਹੋਈ ਹੈ। ਇਸ ਨੂੰ ਅਸੀਂ ਪਰਾਗ ਕੋਸ਼ ਆਖਦੇ ਹਾਂ। ਫੁੱਲ ਦਾ ਅਗਰ ਅਸੀਂ ਕਾਟ ਕੱਟੀਏ ਤਾਂ ਸਭ ਤੋਂ ਪਹਿਲਾਂ ਹਰੇ ਰੰਗ ਦੀਆਂ ਪੱਤੀਆਂ ਨੂੰ ਉਤਾਰੋ। ਹਰੇ ਰੰਗ ਦੀਆਂ ਪੱਤੀਆਂ ਨੂੰ ਉਤਾਰਨ ਤੋਂ ਬਾਅਦ ਰੰਗਦਾਰ ਪੱਤੀਆਂ ਨੂੰ ਉਤਾਰੋ। ਰੰਗਦਾਰ ਪੱਤੀਆਂ ਨੂੰ ਉਤਾਰਨ ਤੋਂ ਬਾਅਦ ਬੱਚਿਓ, ਆਪਣੇ ਕੋਲ ਇੱਕ ਇਸ ਤਰ੍ਹਾਂ ਦੀ ਰਚਨਾ ਬਚਦੀ ਹੈ। ਅਗਰ ਅਸੀਂ ਇਸ ਨੂੰ ਵੀ ਧਿਆਨਪੂਰਵਕ ਉਤਾਰਦੇ ਹਾਂ ਤਾਂ ਬੱਚਿਓ, ਤੁਸੀਂ ਦੇਖ ਸਕਦੇ ਹੋ ਇਸ ਵਿੱਚ ਅਨੰਤ ਪਰਾਗ ਕੋਸ਼ ਹਨ ਜੋ ਕਿ
ਬੱਚਿਓ, ਇਹ ਫੁੱਲ ਦਾ ਮਾਦਾ ਭਾਗ ਹੈ। ਇਹ ਇਸ ਦੇ ਵਿੱਚ ਪਰਾਗ ਗ੍ਰਹੀ ਹੈ, ਜਿਸ ਨੂੰ ਅਸੀਂ ਸਟਿਗਮਾ ਆਖਦੇ ਹਾਂ। ਇਹ ਇੱਕ ਟਿਊਬ ਵਰਗੀ ਰਚਨਾ, ਜਿਸ ਨੂੰ ਅਸੀਂ ਪਰਾਗਣ ਵਹਿਣੀ ਕਹਿੰਦੇ ਹਾਂ, ਅਤੇ ਇਸ ਦੇ ਨੀਚੇ ਇਹ ਇੱਕ ਉੱਭਰੀ ਹੋਈ ਰਚਨਾ ਹੈ, ਜਿਸ ਨੂੰ ਅਸੀਂ ਅੰਡਕੋਸ਼ ਆਖਦੇ ਹਾਂ। ਬੱਚਿਓ, ਇਹ ਪੌਦੇ ਦਾ ਨਰ ਭਾਗ ਹੈ। ਇਸ ਦੇ ਉੱਤੇ ਤੁਸੀਂ ਇਹ ਪੀਲੇ ਰੰਗ ਦੀ ਰਚਨਾ ਦੇਖ ਰਹੇ ਹੋ, ਜਿਸ ਨੂੰ ਅਸੀਂ ਪਰਾਗਕੋਸ਼ ਮੀਨਸ ਐਂਥਰ ਆਖਦੇ ਹਾਂ। ਬੱਚੋ, ਜਿਸ ਤੋਂ ਮੈਂ ਇਸ ਨੂੰ ਫੜਿਆ ਹੋਇਆ ਹੈ, ਇਹ ਇਸ ਦਾ ਤੰਤੂ ਹੈ, ਮੀਨਸ ਫਿਲਾਮੈਂਟ। ਭਾਵ ਪੌਦੇ ਦੇ ਨਰ ਭਾਗ ਦੇ ਦੋ ਹਿੱਸੇ ਹੁੰਦੇ ਹਨ, ਇੱਕ ਪਰਾਗਕੋਸ਼ ਤੇ ਦੂਸਰਾ ਤੰਤੂ। ਬੱਚਿਓ, ਕੁਝ ਫੁੱਲਾਂ ਦੇ ਵਿੱਚ ਜਾਂ ਤਾਂ ਸਿਰਫ ਨਰ ਭਾਗ ਜਾਂ ਮਾਦਾ ਭਾਗ ਮੌਜੂਦ ਹੁੰਦੇ ਹਨ, ਅਤੇ ਕੁਝ ਫੁੱਲਾਂ ਦੇ ਵਿੱਚ ਦੋਨੋਂ ਹੀ ਮੌਜੂਦ ਹੁੰਦੇ ਹਨ। ਅਜਿਹੇ ਫੁੱਲ ਜਿਨ੍ਹਾਂ ਵਿੱਚ ਜਾਂ ਤਾਂ ਸਿਰਫ ਪੁੰਕੇਸਰ ਜਾਂ ਸਿਰਫ ਇਸਤਰੀ ਕੇਸਰ ਮੌਜੂਦ ਹੁੰਦੇ ਹਨ, ਇੱਕ ਲਿੰਗੀ ਫੁੱਲ ਮੀਨਸ ਯੂਨੀਸੈਕਸ਼ੁਅਲ ਫਲਾਵਰ ਅਖਵਾਉਂਦੇ ਹਨ। ਅਜਿਹੇ ਫੁੱਲ ਜਿਨ੍ਹਾਂ ਵਿੱਚ ਪੁੰਕੇਸਰ ਅਤੇ ਇਸਤਰੀ ਕੇਸਰ ਦੋਵੇਂ ਮੌਜੂਦ ਹੁੰਦੇ ਹਨ, ਉਹ ਦੋ ਲਿੰਗੀ ਫੁੱਲ ਮੀਨਸ ਬਾਈਸੈਕਸ਼ੁਅਲ ਫਲਾਵਰ ਅਖਵਾਉਂਦੇ ਹਨ। ਬੱਚਿਓ, ਕੀ ਤੁਸੀਂ ਜਾਣਦੇ ਹੋ ਮੱਕੀ, ਪਪੀਤੇ ਅਤੇ ਖੀਰੇ ਦੇ ਫੁੱਲ ਇੱਕ ਲਿੰਗੀ ਫੁੱਲ ਹੁੰਦੇ ਹਨ? ਪੁੰਕੇਸਰ ਵਿੱਚ ਪਰਾਗਕੋਸ਼ ਅਤੇ ਤੰਤੂ ਹੁੰਦੇ ਹਨ। ਪਰਾਗਕੋਸ਼ ਵਿੱਚ ਪਰਾਗਕਣ ਹੁੰਦੇ ਹਨ, ਜੋ ਨਰ ਜੁਗਮਕਾਂ ਮੀਨਸ ਮੇਲ ਗੈਮੇਟ ਨੂੰ ਬਣਾਉਂਦੇ ਹਨ। ਤੰਤੂ ਪਰਾਗਕੋਸ਼ ਨੂੰ ਫੁੱਲ 'ਚੋਂ ਬਾਹਰ ਹਵਾ ਵਿੱਚ ਰੱਖਦਾ ਹੈ, ਤਾਂ ਜੋ ਪਤੰਗੇ ਉਸ ਤੋਂ ਪਰਾਗਕਣ ਲੈ ਕੇ ਇਸਤਰੀ ਕੇਸਰ ਤੱਕ ਪਹੁੰਚਾ ਦੇਣ। ਬੱਚਿਓ, ਪਰਾਗਕਣ ਹਵਾ ਦੇ ਦੁਆਰਾ ਵੀ ਇਸਤਰੀ ਕੇਸਰ ਤੱਕ ਪਹੁੰਚਾਏ ਜਾ ਸਕਦੇ ਹਨ। ਪਿਆਰੇ ਬੱਚਿਓ, ਅੰਡ ਪੁੰਜ ਮੀਨਸ ਗਾਇਨੋਸ਼ੀਅਮ ਵਿੱਚ ਪਰਾਗਕਣ ਗ੍ਰਹਿ ਮੀਨਸ ਸਟਿਗਮਾ, ਪਰਾਗਕਣ ਵਹਿਣੀ ਮੀਨਸ ਸਟਾਇਲ ਅਤੇ ਅੰਡਕੋਸ਼ ਮੀਨਸ ਓਵਰੀ ਹੁੰਦੇ ਹਨ। ਅੰਡਕੋਸ਼ ਵਿੱਚ ਇੱਕ ਜਾਂ ਵੱਧ ਬੀਜ ਅੰਡ ਮੀਨਸ ਓਵਿਊਲ ਹੁੰਦੇ ਹਨ। ਮਾਦਾ ਜੁਗਮਕ ਮੀਨਸ ਫੀਮੇਲ ਗੈਮੇਟ ਜਾਂ ਅੰਡੇ ਮੀਨਸ ਓਵਿਊਲ ਦਾ ਨਿਰਮਾਣ ਬੀਜ ਅੰਡ ਵਿੱਚ ਹੁੰਦਾ ਹੈ। ਬੱਚਿਓ, ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਪਰਾਗਕਣ ਵਿੱਚ ਮੌਜੂਦ ਨਰ ਜੁਗਮਕ ਬੀਜ ਅੰਡ ਵਿੱਚ ਮੌਜੂਦ ਮਾਦਾ ਜੁਗਮਕ ਤੱਕ ਕਿਸ ਤਰੀਕੇ ਨਾਲ ਪਹੁੰਚਦੇ ਹੋਣਗੇ? ਆਓ ਆਪਾਂ ਪੜ੍ਹਦੇ ਹਾਂ। ਪਰਾਗਣ ਮੀਨਸ ਪੋਲੀਨੇਸ਼ਨ। ਪਿਆਰੇ ਬੱਚਿਓ, ਆਮ ਤੌਰ ਤੇ ਪਰਾਗਕਣਾਂ ਵਿੱਚ ਸਖਤ ਸੁਰੱਖਿਆਤਮਕ ਪਰਤ ਹੁੰਦੀ ਹੈ, ਜੋ ਉਹਨਾਂ ਨੂੰ ਸੁੱਕਣ ਤੋਂ ਬਚਾਉਂਦੀ ਹੈ। ਕਿਉਂਕਿ ਪਰਾਗਕਣ ਹਲਕੇ ਹੁੰਦੇ ਹਨ, ਇਸ ਲਈ ਉਹ ਹਵਾ ਅਤੇ ਪਾਣੀ ਦੁਆਰਾ ਵਹਾ ਕੇ ਲਿਜਾਏ ਜਾ ਸਕਦੇ ਹਨ। ਫੁੱਲਾਂ ਉੱਪਰ ਬੈਠਣ ਵਾਲੇ ਕੀਟਾਂ ਦੇ ਸਰੀਰ ਉੱਤੇ ਪਰਾਗਕਣ ਚਿਪਕ ਜਾਂਦੇ ਹਨ। ਪਿਆਰੇ ਬੱਚਿਓ,
ਤੁਸੀਂ ਇਸ ਤਸਵੀਰ ਵਿੱਚ ਦੇਖ ਸਕਦੇ ਹੋ ਕਿ ਇੱਕ ਮਧੂਮੱਖੀ ਦੇ ਸਰੀਰ ਉੱਤੇ ਪੀਲੇ ਰੰਗ ਦੇ ਕਿੰਨੇ ਸਾਰੇ ਪਰਾਗਕਣ ਚਿਪਕੇ ਹੋਏ ਹਨ। ਜਦੋਂ ਇਹ ਮਧੂਮੱਖੀ ਕਿਸੇ ਹੋਰ ਫੁੱਲ ਉੱਤੇ ਬੈਠੇਗੀ ਤਾਂ ਇਹ ਪਰਾਗਕਣ ਉਸ ਫੁੱਲ ਦੇ ਪਰਾਗਕੋਸ਼ ਉੱਤੇ ਟ੍ਰਾਂਸਫਰ ਕੀਤੇ ਜਾ ਸਕਦੇ ਹਨ। ਬੱਚਿਓ, ਕੀ ਤੁਸੀਂ ਕਦੀ ਸੋਚਿਆ ਹੈ ਕਿ ਫੁੱਲ ਇੰਨੇ ਖੂਬਸੂਰਤ ਕਿਉਂ ਹੁੰਦੇ ਹਨ? ਤੁਸੀਂ ਕਦੀ ਦੇਖਿਆ ਹੈ ਕਿ ਫੁੱਲਾਂ ਉੱਪਰ ਕਿੰਨੇ ਤਰ੍ਹਾਂ ਦੇ ਕੀਟ, ਪਤੰਗੇ, ਭੰਬਰੇ ਘੁੰਮਦੇ ਰਹਿੰਦੇ ਹਨ? ਉਹ ਕਿਉਂ ਆਉਂਦੇ ਹਨ? ਬੱਚਿਓ, ਪਰਾਗਕੋਸ਼ ਤੋਂ ਪਰਾਗਕਣ ਨੂੰ ਪੌਦੇ ਦੇ ਮਾਦਾ ਭਾਗ ਦੇ ਸਟਿਗਮਾ ਤੱਕ ਪਹੁੰਚਾਉਣ ਦੇ ਲਈ ਕਿਸੇ ਏਜੰਸੀ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਜੋ ਫੁੱਲ ਹੁੰਦੇ ਹਨ ਉਹਨਾਂ ਨੂੰ ਕੀਟਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਲਈ ਖੂਬਸੂਰਤੀ ਬਣਾਉਣੀ ਪੈਂਦੀ ਹੈ। ਕੀਟਾਂ ਦੇ ਲਈ ਇਸ ਦੇ ਵਿੱਚ ਨੈਕਟਰ ਮੀਨਸ ਸ਼ਹਿਦ ਹੁੰਦਾ ਹੈ, ਜਿਸ ਨੂੰ ਖਾਣ ਦੇ ਲਈ ਕੀਟ ਇਸ ਵਿੱਚ ਆਉਂਦੇ ਹਨ ਅਤੇ ਨਾਲ ਹੀ ਪਰਾਗਣ ਕਿਰਿਆ ਨੂੰ ਵੀ ਕਰ ਜਾਂਦੇ ਹਨ। ਬੱਚਿਓ, ਪਰਾਗਣ ਦੋ ਕਿਸਮ ਦਾ ਹੁੰਦਾ ਹੈ। ਸਵੈ ਪਰਾਗਣ ਮੀਨਸ ਸੈਲਫ ਪੋਲੀਨੇਸ਼ਨ ਅਤੇ ਪਰ ਪਰਾਗਣ ਮੀਨਸ ਕ੍ਰਾਸ ਪੋਲੀਨੇਸ਼ਨ। ਸਵੈ ਪਰਾਗਣ ਮੀਨਸ ਸੈਲਫ ਪੋਲੀਨੇਸ਼ਨ। ਬੱਚਿਓ, ਜੇ ਪਰਾਗਣ ਉਸੇ ਫੁੱਲ ਦੀ ਪਰਾਗਕਣ ਗ੍ਰਾਹੀ ਉੱਤੇ ਡਿੱਗਦੇ ਹਨ ਤਾਂ ਇਸ ਨੂੰ ਸਵੈ ਪਰਾਗਣ ਮੀਨਸ ਸੈਲਫ ਪੋਲੀਨੇਸ਼ਨ ਆਖਦੇ ਹਨ। ਜਿਵੇਂ ਕਿ ਤੁਸੀਂ ਨਾਲ ਚਿੱਤਰ ਵਿੱਚ ਦੇਖ ਰਹੇ ਹੋ, ਇੱਕ ਫੁੱਲ ਦੇ ਪਰਾਗਕੋਸ਼ ਮੀਨਸ ਐਂਥਰ ਤੋਂ ਪੋਲਨ ਗ੍ਰੇਨ ਨਿਕਲ ਕੇ ਉਸੇ ਫੁੱਲ ਦੇ ਸਟਿਗਮਾ ਭਾਵ ਪਰਾਗਣ ਗ੍ਰਾਹੀ ਉੱਪਰ ਜਾ ਰਹੇ ਹਨ। ਇਸ ਲਈ ਇਹ ਸਵੈ ਪਰਾਗਣ ਦੀ ਉਦਾਹਰਣ ਹੈ। ਪਰ ਪਰਾਗਣ ਮੀਨਸ ਕ੍ਰਾਸ ਪੋਲੀਨੇਸ਼ਨ। ਪਿਆਰੇ ਬੱਚਿਓ, ਜਦੋਂ ਫੁੱਲ ਦੇ ਪਰਾਗਕਣ ਉਸੇ ਪੌਦੇ ਦੇ ਕਿਸੇ ਹੋਰ ਫੁੱਲ ਜਾਂ ਕਿਸੇ ਹੋਰ ਪੌਦੇ ਦੇ ਫੁੱਲ ਦੀ ਪਰਾਗਕਣ ਗ੍ਰਾਹੀ ਉੱਤੇ ਡਿੱਗਦੇ ਹਨ ਤਾਂ ਇਸ ਨੂੰ ਪਰ ਪਰਾਗਣ ਜਾਂ ਕ੍ਰਾਸ ਪੋਲੀਨੇਸ਼ਨ ਕਹਿੰਦੇ ਹਨ। ਪਿਆਰੇ ਬੱਚਿਓ, ਤੁਸੀਂ ਦਿੱਤੇ ਹੋਏ ਚਿੱਤਰ ਵਿੱਚ ਦੇਖ ਸਕਦੇ ਹੋ ਕਿ ਇੱਕ ਮਧੂਮੱਖੀ, ਜਿਸ ਨੂੰ ਪਰਾਗਵਾਹਕ ਜਾਂ ਪੋਲੀਨੇਟਰ ਆਖਦੇ ਹਨ, ਇੱਕ ਫੁੱਲ ਦੇ ਪਰਾਗਕੋਸ਼ ਤੋਂ ਪੋਲਨ ਗ੍ਰੇਨਨ ਨੂੰ ਆਪਣੇ ਸਰੀਰ ਉੱਤੇ ਉਠਾ ਕੇ ਦੂਸਰੇ ਫੁੱਲ ਦੇ ਸਟਿਗਮਾ ਤੱਕ ਲਿਜਾ ਰਹੀ ਹੈ। ਇਸ ਤਰ੍ਹਾਂ ਇਹ ਇੱਕ ਪਰ ਪਰਾਗਣ ਔਰ ਕ੍ਰਾਸ ਪੋਲੀਨੇਸ਼ਨ ਦੀ ਉਦਾਹਰਣ ਹੈ। ਬੱਚਿਓ, ਕ੍ਰਾਸ ਪੋਲੀਨੇਸ਼ਨ ਦੇ ਲਈ ਹਮੇਸ਼ਾ ਕਿਸੇ ਕੀਟ ਜਾਂ ਜਾਨਵਰ ਜਾਂ ਪਾਣੀ ਜਾਂ ਹਵਾ ਵਾਹਕ ਦੇ ਤੌਰ ਤੇ ਜ਼ਰੂਰਤ ਹੁੰਦੀ ਹੈ। ਨਿਸ਼ੇਚਨ ਮੀਨਸ ਫਰਟੀਲਾਈਜੇਸ਼ਨ। ਬੱਚਿਓ, ਨਰ ਅਤੇ ਮਾਦਾ ਜੁਗਮਕਾਂ ਦੇ ਸੰਯੋਗ ਦੁਆਰਾ ਬਣੀ ਕੋਸ਼ਿਕਾ ਜੁਗਮਜ ਅਖਵਾਉਂਦੀ ਹੈ। ਜੁਗਮਜ ਬਣਾਉਣ ਲਈ ਨਰ ਅਤੇ ਮਾਦਾ ਜੁਗਮਕਾਂ ਦੇ ਸੁਮੇਲ ਦੀ ਪ੍ਰਕਿਰਿਆ ਨੂੰ ਨਿਸ਼ੇਚਨ ਆਖਦੇ ਹਨ। ਬੱਚਿਓ, ਤੁਸੀਂ ਇਸ ਚਿੱਤਰ ਵਿੱਚ ਦੇਖ ਰਹੇ ਹੋ ਕਿ ਇੱਕ ਪਰਾਗਕਣ ਮਾਦਾ ਦੇ ਸਟਿਗਮਾ ਉੱਪਰ ਆ ਕੇ ਅੰਕੁਰਿਤ ਹੋਣਾ ਸ਼ੁਰੂ ਹੋ ਗਿਆ ਹੈ। ਉਸ ਵਿੱਚੋਂ ਇੱਕ ਪਰਾਗ ਨਲੀ ਨਿਕਲ ਰਹੀ ਹੈ
ਜੋ ਸਟਿਗਮਾ ਦੇ ਵਿੱਚੋਂ ਹੁੰਦੀ ਹੋਈ ਸਟਾਈਲ ਵੱਲ ਵੱਧ ਰਹੀ ਹੈ। ਬੱਚਿਓ, ਇਸ ਚਿੱਤਰ ਵਿੱਚ ਤੁਸੀਂ ਦੇਖ ਰਹੇ ਹੋ ਕਿ ਪਰਾਗ ਨਲੀ ਸਟਾਈਲ ਦੇ ਵਿੱਚੋਂ ਹੁੰਦੀ ਹੋਈ ਅੰਡਕੋਸ਼ ਤੱਕ ਪਹੁੰਚ ਗਈ ਹੈ। ਇੱਥੇ ਜਾ ਕੇ ਇਹ ਨਰ ਜੁਗਮਕਾਂ ਨੂੰ ਅੰਡਕੋਸ਼ ਵਿੱਚ ਛੱਡੇਗੀ। ਇਹ ਜੁਗਮਕ ਮਾਦਾ ਜੁਗਮਕ ਦੇ ਨਾਲ ਸੰਯੋਗ ਕਰਕੇ ਜੁਗਮਜ ਦਾ ਨਿਰਮਾਣ ਕਰਨਗੇ। ਜੁਗਮਜ ਬਾਅਦ ਵਿੱਚ ਇੱਕ ਬੀਜ ਦੇ ਵਿੱਚ ਪਰਿਵਰਤਿਤ ਹੋ ਜਾਵੇਗਾ। ਬੱਚਿਓ, ਨਿਸ਼ੇਚਨ ਤੋਂ ਬਾਅਦ ਅੰਡਕੋਸ਼ ਫਲ ਵਿੱਚ ਵਿਕਸਿਤ ਹੋ ਜਾਂਦਾ ਹੈ, ਜਦੋਂ ਕਿ ਫੁੱਲ ਦੇ ਹੋਰ ਭਾਗ ਮੁਰਝਾ ਕੇ ਡਿੱਗ ਜਾਂਦੇ ਹਨ। ਪੱਕਣ ਤੋਂ ਬਾਅਦ ਅੰਡਕੋਸ਼ ਫਲ ਦੇ ਰੂਪ ਵਿੱਚ ਵਿਕਸਿਤ ਹੋ ਜਾਂਦਾ ਹੈ। ਬੀਜ ਅੰਡ ਤੋਂ ਬੀਜ ਵਿਕਸਿਤ ਹੁੰਦੇ ਹਨ। ਬੀਜ ਵਿੱਚ ਇੱਕ ਭਰੂਣ ਹੁੰਦਾ ਹੈ ਜੋ ਸੁਰੱਖਿਆਤਮਕ ਬੀਜ ਪਰਤ ਦੇ ਅੰਦਰ ਰਹਿੰਦਾ ਹੈ। ਤੁਸੀਂ ਕੀ ਸਿੱਖਿਆ? ਸਾਰੇ ਜੀਵ ਆਪਣੀ ਕਿਸਮ ਨੂੰ ਬਣਾ ਕੇ ਰੱਖਣ ਲਈ ਪ੍ਰਜਨਨ ਜਾਂ ਗੁਣਨ ਕਰਦੇ ਹਨ। ਪੌਦੇ ਵਿੱਚ ਪ੍ਰਜਨਨ ਦੋ ਤਰ੍ਹਾਂ ਨਾਲ ਹੁੰਦਾ ਹੈ, ਲਿੰਗੀ ਅਤੇ ਅਲਿੰਗੀ। ਅਲਿੰਗੀ ਪ੍ਰਜਨਨ ਦੀਆਂ ਕੁਝ ਵਿਧੀਆਂ ਖੰਡਨ, ਕਲੀਆਂ ਰਾਹੀਂ ਪ੍ਰਜਨਨ, ਬੀਜਾਣੂ ਨਿਰਮਾਣ ਅਤੇ ਕਾਇਆ ਪ੍ਰਜਨਨ ਹਨ। ਲਿੰਗੀ ਪ੍ਰਜਨਨ ਵਿੱਚ ਨਰ ਅਤੇ ਮਾਦਾ ਜੁਗਮਕ ਦਾ ਨਿਸ਼ੇਚਨ ਹੁੰਦਾ ਹੈ। ਕਾਇਆ ਪ੍ਰਜਨਨ ਵਿੱਚ ਪੱਤੇ, ਤਣਾ, ਜੜ੍ਹਾਂ ਵਰਗੇ ਕਾਇਆ ਭਾਗਾਂ ਤੋਂ ਨਵੇਂ ਪੌਦੇ ਉਗਾਏ ਜਾਂਦੇ ਹਨ। ਫੁੱਲ ਪੌਦੇ ਦਾ ਜਣਨ ਅੰਗ ਹੈ। ਇੱਕ ਲਿੰਗੀ ਫੁੱਲ ਵਿੱਚ ਜਾਂ ਤਾਂ ਨਰ ਅਤੇ ਜਾਂ ਮਾਦਾ ਅੰਗ ਹੁੰਦੇ ਹਨ। ਦੋ ਲਿੰਗੀ ਫੁੱਲ ਵਿੱਚ ਨਰ ਅਤੇ ਮਾਦਾ ਜਣਨ ਅੰਗ ਦੋਵੇਂ ਹੀ ਹੁੰਦੇ ਹਨ। ਨਰ ਜੁਗਮਕ ਪਰਾਗਣਾ ਦੇ ਅੰਦਰ ਅਤੇ ਮਾਦਾ ਜੁਗਮਕ ਬੀਜ ਅੰਡ ਦੇ ਵਿੱਚ ਮਿਲਦੇ ਹਨ। ਕਿਸੇ ਫੁੱਲ ਦੇ ਪਰਾਗ ਕੋਸ਼ ਤੋਂ ਉਸੇ ਫੁੱਲ ਜਾਂ ਕਿਸੇ ਹੋਰ ਫੁੱਲ ਦੀ ਪਰਾਗਣ ਗ੍ਰਹੀ ਤੱਕ ਪਰਾਗਕਣਾਂ ਦੇ ਸਥਾਨਾਂਤਰਣ ਦੀ ਪ੍ਰਕਿਰਿਆ ਪਰਾਗਣ ਅਖਵਾਉਂਦੀ ਹੈ। ਪਰਾਗਣ ਦੋ ਕਿਸਮ ਦਾ ਹੁੰਦਾ ਹੈ, ਸਵੈ ਪਰਾਗਣ ਅਤੇ ਪਰ ਪਰਾਗਣ। ਸਵੈ ਪਰਾਗਣ ਵਿੱਚ ਪਰਾਗਕਣ ਪਰਾਗਕੋਸ਼ ਤੋਂ ਉਸੇ ਫੁੱਲ ਦੀ ਪਰਾਗਣ ਗ੍ਰਾਹੀ ਉੱਤੇ ਸਥਾਨਾਂਤਰਿਤ ਹੁੰਦੇ ਹਨ। ਪਰ ਪਰਾਗਣ ਵਿੱਚ ਪਰਾਗਕਣ ਇੱਕ ਫੁੱਲ ਦੇ ਪਰਾਗਕੋਸ਼ ਤੋਂ ਉਸੇ ਤਰ੍ਹਾਂ ਦੇ ਦੂਜੇ ਫੁੱਲ ਦੀ ਪਰਾਗਕਣ ਗ੍ਰਾਹੀ ਉੱਤੇ ਸਥਾਨਾਂਤਰਿਤ ਹੁੰਦੇ ਹਨ। ਪਰਾਗਕਣ ਹਵਾ, ਪਾਣੀ ਅਤੇ ਕੀਟਾਂ ਦੁਆਰਾ ਹੋ ਸਕਦਾ ਹੈ। ਨਰ ਅਤੇ ਮਾਦਾ ਜੁਗਮਕਾਂ ਦਾ ਜੁਗਮਨ ਨਿਸ਼ੇਚਨ ਅਖਵਾਉਂਦਾ ਹੈ। ਨਿਸ਼ੇਚਿਤ ਅੰਡਾ ਜੁਗਮਜ ਅਖਵਾਉਂਦਾ ਹੈ। ਜੁਗਮਜ ਵਿਕਾਸ ਹੋ ਕੇ ਭਰੂਣ ਬਣਦਾ ਹੈ। ਪਿਆਰੇ ਬੱਚਿਓ, ਮੈਨੂੰ ਆਸ ਹੈ ਕਿ ਤੁਸੀਂ ਅੱਜ ਦੇ ਲੈਕਚਰ ਨੂੰ ਬਹੁਤ ਹੀ ਧਿਆਨ ਨਾਲ ਦੇਖਿਆ ਅਤੇ ਸੁਣਿਆ ਹੋਵੇਗਾ। ਤੁਸੀਂ ਆਪਣੇ ਅਧਿਆਪਕ ਦੀ ਸਹਾਇਤਾ ਦੇ ਨਾਲ ਇਸ ਲੈਸਨ ਦੀ ਦੁਬਾਰਾ ਦੁਹਰਾਈ ਕਰਨੀ ਹੈ। ਮੈਂ ਆਸ ਕਰਦਾ ਹਾਂ ਕਿ ਤੁਸੀਂ ਅੱਜ ਦੇ ਲੈਕਚਰ ਵਿੱਚ ਖੂਬ ਇੰਜੋਏ ਕੀਤਾ ਹੋਵੇਗਾ। ਧੰਨਵਾਦ।